ਇੱਕ ਮਨੁੱਖ ਕਿਸੇ ਦਾ ਕਤਲ ਕਰ ਦੇਵੇ, ਅਪਰਾਧ ਹੈ, ਬਹੁਤ ਵੱਡਾ ਅਪਰਾਧ ਹੈ। ਉਹਦਾ ਹੰਕਾਰ ਉਸ ਨੂੰ ਇਸ ਹੱਦ ਤੱਕ ਹਿੰਸਾਤਮਕ ਬਣਾ ਦਿੱਤਾ, ਉਸਨੇ ਇੱਕ ਦੀ ਜਾਨ ਲੈ ਲਈ। ਪਰ ਹੁਣ ਕਾਨੂੰਨ ਉਸ ਦੀ ਜਾਨ ਲਵੇਗਾ, ਉਹਨੂੰ ਸਜ਼ਾਏ ਮੌਤ। ਮੈਂ ਭਾਰਤ ਵਿੱਚ ਇਹ ਦੋ ਸ਼ਬਦ ਕਹੇ ਸਨ, ਗੱਲ ਰਫਾ ਦਫਾ ਹੋ ਗਈ, ਵਰਨਾ ਮੈਨੂੰ ਨੋਟਿਸ ਮਿਲਿਆ ਸੀ ਵੀ ਤੁਸੀਂ ਅਦਾਲਤ ਦੇ ਖਿਲਾਫ ਬੋਲੇ ਹੋ, ਕਾਨੂੰਨ ਦੇ ਖਿਲਾਫ ਬੋਲੇ ਹੋ। ਇਹ ਅਦਾਲਤ ਦੀ ਤੋਹੀਨ ਦਾ ਮਸਲਾ ਖੜਾ ਹੋ ਸਕਦਾ ਹੈ। ਮੈਂ ਕਿ ਇੱਕ ਮਨੁੱਖ ਨੇ ਕਤਲ ਕੀਤਾ ਹੈ, ਜੁਰਮ ਹੈ। ਹੁਣ ਕਾਨੂੰਨ ਉਸ ਦਾ ਕਤਲ ਕਰੇ ਤੇ ਇਹ ਕਿਸ ਤਰ੍ਹਾਂ ਪੁੰਨ ਹੋ ਗਿਆ, ਇਹ ਕਿਸ ਤਰ੍ਹਾਂ ਮਹਾਨ ਹੋ ਗਿਆ। ਇਸ ਦਾ ਮਤਲਬ ਹੈ ਉਹਨੇ ਕਾਨੂੰਨ ਦੇ ਦਾਇਰੇ 'ਚ ਕਿਸੇ ਨੂੰ ਨਹੀਂ ਮਾਰਿਆ ਤੇ ਤੁਸੀਂ ਕਾਨੂੰਨ ਦੇ ਦਾਇਰੇ 'ਚ ਕਿਸੇ ਨੂੰ ਫਾਂਸੀ ਤੇ ਚਾੜੋਗੇ। ਸਿਆਣੇ ਸਿਆਣੇ ਦੇਸ਼ਾਂ ਦੇ ਸਜ਼ਾਏ ਮੌਤ ਹਟ ਗਈ ਹੈ। ਇਹ ਵੀ ਮੈਂ ਅਰਜ਼ ਕਰਨਾ, ਜਿਨ੍ਹਾਂ ਨੇ ਗਹਿਰਾਈ ਦੇ 'ਚ ਲਿਆ ਇਸ ਗੱਲ ਨੂੰ। ਹਿੰਸਕ ਸਾਰੇ ਹੀ ਆਉਂਦੇ ਨੇ, ਹੰਕਾਰ ਤੇ ਸਾਰਿਆਂ ਦੇ ਅੰਦਰ ਹੈ, ਡਿਗਰੀ ਦਾ ਫਰਕ ਹੈ। ਸਾਰਿਆਂ ਦੀ ਮੂਲ ਸਮੱਸਿਆ ਹੰਕਾਰ ਹੈ, ਲੋਭ ਹੈ, ਵਾਸ਼ਨਾ। ਕੋਈ ਕਬੂਲ ਕਰੇ ਭਾਵੇਂ ਨਾ ਕਰੇ। ਕਿਧਰੇ ਉਸ ਨੂੰ ਲੋਭ ਬੇਈਮਾਨ ਬਣਾ ਦੇਗਾ, ਕਿਧਰੇ ਉਸ ਨੂੰ ਅਹੰਕਾਰ ਹਿੰਸਕ ਬਣਾ ਦੇਗਾ, ਕਿਧਰੇ ਉਸ ਨੂੰ ਵਾਸ਼ਨਾ ਦੁਰਾਚਾਰੀ ਬਣਾ ਦੇਗੀ। ਚਲੋ ਅਪਰਾਧੀ ਨਾ ਬਣਨ ਦੇਵੇ, ਪਾਪੀ ਤੇ ਬਣਨ ਦੇ ਦੇਗੀ। ਉਹਦੇ ਵਿਚਾਰਾਂ ਹੀ ਤੇ ਸਭ ਕੁਛ ਆ ਜਾਏਗਾ, ਸੋਚਣੀ ਤੇ ਆ ਜਾਏਗਾ। ਹਿੰਸਾ ਉਸ ਦੀ ਸੋਚਣੀ 'ਚ ਆ ਜਾਏਗੀ, ਦੁਰਾਚਾਰ ਉਸ ਦੇ ਵਿਚਾਰਾਂ 'ਚ ਆ ਜਾਏਗਾ, ਬੇਈਮਾਨੀ ਉਹਦੀ ਸਿਮਰਤੀ ਬਣ ਜਾਏਗੀ। ਇਹਨੂੰ ਧੋਖਾ ਦੇ ਦਿਆਂ, ਉਹਨੂੰ ਧੋਖਾ ਦੇ ਦਿਆਂ, ਉਹਨੂੰ ਧੋਖਾ ਦੇ ਦਿਆਂ। ਸਾਰੇ ਜਗਤ ਦੀ ਮੂਲ ਸਮੱਸਿਆ ਇਹੀ ਹੈ। ਇਹ ਤੇ ਚੰਗਾ ਹੋਇਆ ਉੱਥੇ ਇੱਕ ਦਾਰਸ਼ਨਿਕ ਵਕੀਲ ਸੀ, ਬੜਾ ਸਿਆਣਾ ਔਰ ਗੁਰੂ ਘਰ ਦਾ, ਉਹ ਸ਼ਰਧਾਲੂ ਭਾਵੇਂ ਸਹਿਜਦਾਰ ਹੀ ਸੀ। ਉਹਨੇ ਮੈਨੂੰ ਕਿਹਾ, ਮਸਕੀਨ ਜੀ ਤੁਸੀਂ ਫਿਕਰ ਨਾ ਕਰੋ, ਮਾਮੂਲੀ ਗੱਲ ਹੈ, ਮੈਂ ਨਿਪਟਾ ਲਿਆਂਗਾ ਆਪੇ। ਮੈਂ ਇਤਨਾ ਹੀ ਆਖਿਆ ਸੀ, ਇੱਕ ਮਨੁੱਖ ਕਤਲ ਕਰਦਾ ਹੈ, ਕਾਤਲ ਹੈ, ਕਿਉਂਕਿ ਉਸਨੇ ਕਾਨੂੰਨ ਦੇ ਦਾਇਰੇ 'ਚ ਕਿਸੇ ਨੂੰ ਨਹੀਂ ਮਾਰਿਆ। ਤੇ ਫਿਰ ਕਾਨੂੰਨ ਉਸ ਦੀ ਹੱਤਿਆ ਕਰਦਾ ਹੈ, ਉਹਨੂੰ ਫਾਂਸੀ ਤੇ ਚਾੜਦਾ, ਉਹਨੂੰ ਮਾਰਦਾ ਹੈ ਕਾਨੂੰਨ ਦੇ ਦਾਇਰੇ 'ਚ। ਤੇ ਕਾਨੂੰਨ ਦੇ ਦਾਇਰੇ 'ਚ ਮਾਰਿਆ ਹੋਇਆ, ਕਤਲ ਕੀਤਾ ਹੋਇਆ, ਇਨਸਾਫ ਹੋ ਗਿਆ। ਤੇ ਕਾਨੂੰਨ ਦੇ ਦਾਇਰੇ 'ਚ ਜਿਸ ਨੂੰ ਨਹੀਂ ਮਾਰਿਆ ਉਹ ਗੁਨਾਹ ਹੋ ਗਿਆ। ਇਹ ਕਿਸ ਤਰ੍ਹਾਂ ਦਾ ਸੋਚਣ ਦਾ ਢੰਗ ਹੈ। ਗੁਨਾਹ ਆਖਿਰ ਗੁਨਾਹ ਹੈ, ਕਤਲ ਆਖਿਰ ਕਤਲ ਹੈ, ਚਾਹੇ ਕਿਸੇ ਢੰਗ ਨਾਲ ਕੀਤਾ ਜਾਏ, ਚਾਹੇ ਲੋਹੇ ਦੇ ਛੁਰੇ ਨਾਲ ਕਤਲ ਕੀਤਾ ਜਾਂ ਸੋਨੇ ਦੇ ਛੁਰੇ ਨਾਲ ਕਤਲ ਕੀਤਾ। ਹੱਥਕੜੀ ਆਖਿਰ ਹੱਥਕੜੀ ਹੈ, ਚਾਹੇ ਲੋਹੇ ਦੀ ਹੈ ਤੇ ਚਾਹੇ ਸੋਨੇ ਦੀ ਹੈ। ਭਾਵੇਂ ਕਿਸੇ ਨੂੰ ਸੋਨੇ ਦੀ ਜ਼ੰਜੀਰਾਂ ਨਾਲ ਬੰਨ ਕੇ ਰੱਖ ਦੋ, ਭਾਵੇਂ ਕਿਸੇ ਨੂੰ ਪਿੱਤਲ ਦੀਆਂ, ਤੇ ਭਾਵੇਂ ਕਿਸੇ ਨੂੰ ਲੋਹੇ ਦੀਆਂ, ਬੰਨ ਕੇ ਤੇ ਰੱਖ ਦਿੱਤਾ ਹੈ। ਅਗਲਾ ਬਨੀਜ ਤੇ ਗਿਆ ਤੇ ਕੋਈ ਮਾਣ ਨਾਲ ਆਖੇ ਨਹੀਂ ਜੀ ਅਸੀਂ ਸੋਨੇ ਦੀ ਜ਼ੰਜੀਰਾਂ ਨਾਲ ਬੰਨਿਆ, ਸੋਨੇ ਦੇ ਪਿੰਜਰੇ 'ਚ ਬੰਦ ਕੀਤਾ, ਬੰਦ ਕੀਤਾ ਹੈ ਨਾ। ਮੈਨੂੰ ਇਸ ਸੰਬੰਧ ਵਿੱਚ ਇੱਕ ਗਾਥਾ ਯਾਦ ਆਈ ਪੁਰਾਣੀ। ਮਨਸੂਰ ਨੂੰ ਜਦ ਸੂਲੀ ਤੇ ਚਾੜਨ ਲੱਗੇ ਤੇ ਸੂਲੀ ਤੋਂ ਪਹਿਲੇ ਸਾਰਿਆਂ ਨੇ ਉਸ ਨੂੰ ਪੱਥਰ ਵੀ ਮਾਰਨਾ ਸੀ, ਇਹ ਵੀ ਸਜ਼ਾ ਸੀ। ਔਰ ਕਸੂਰ ਉਸ ਦਾ ਇਹ ਹੀ ਸੀ ਕਿ ਵਿਚਾਰਾ ਬੇਕਸੂਰ ਸੀ, ਬਸ ਇੰਨੀ ਗੱਲ ਹੈ। ਕਸੂਰਵਾਰਾਂ ਦੀ ਮਹਿਫਿਲ ਵਿੱਚ ਬਿਲਕੁਲ ਬੇਕਸੂਰ ਹੋ ਕੇ ਜੀਵਣਾ ਵੀ ਇੱਕ ਕਸੂਰ ਹੋ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪਾਪੀਆਂ ਦੇ ਇਕੱਠ ਦੇ ਵਿੱਚ ਪੁਨੀਤ ਹੋ ਕੇ ਜੀਵਣਾ ਵੀ ਇੱਕ ਪਾਪ ਹੋ ਜਾਂਦਾ ਹੈ। ਮੂਰਖਾਂ ਦੀ ਮਹਿਫਿਲ ਵਿੱਚ ਬਹੁਤ ਸਿਆਣਾ ਹੋ ਜਾਣਾ ਵੀ ਇੱਕ ਮੂਰਖਤਾ ਹੋ ਜਾਂਦੀ ਹੈ। ਬਸ ਉਸ ਦਾ ਇਹੀ ਕਸੂਰ ਸੀ, ਵਿਚਾਰਾ ਬੇਕਸੂਰ ਸੀ।
ਬਾਦਸ਼ਾਹ ਦਾ ਹੁਕਮ, ਸੂਲੀ ਤੇ ਬਾਅਦ ਚਾੜਾਂਗੇ, ਪਹਿਲੇ ਇਸ ਨੂੰ ਇੱਕ ਇੱਕ ਪੱਥਰ ਮਾਰੋ। ਇਸ ਇਕੱਠ ਦੇ ਸ਼ਿਵਲੀ ਵੀ ਸੀ, ਮਨਸੂਰ ਦਾ ਦੋਸਤ। ਜੈਸੇ ਮਨਸੂਰ ਸੂਫੀ ਸੀ, ਉਹ ਵੀ ਸੂਫੀ ਸੀ। ਮਨਸੂਰ ਨੇ ਖੁਦਾ ਨੂੰ ਸਮਝਿਆ ਸੀ, ਉਸ ਦਾ ਅਨੁਭਵ ਸੀ, ਖੁਦਾ ਉਸ ਦੀ ਜ਼ਿੰਦਗੀ ਸੀ, ਉਹਨੂੰ ਪ੍ਰਾਪਤ ਕਰ ਲਿਆ ਸੀ। ਸ਼ਿਵਲੀ ਦੀ ਸਮਝ ਦੇ ਤੇ ਆਈ, ਅਨੁਭਵ ਤੇ ਸੀ ਉਸਦਾ, ਲੇਕਿਨ ਅਜੇ ਉਸ ਪੱਧਰ ਤੇ ਨਹੀਂ ਸੀ, ਉਹ ਪ੍ਰਾਪਤੀ ਨਹੀਂ ਸੀ ਜੋ ਮਨਸੂਰ ਕੋਲ ਸੀ। ਲੇਕਿਨ ਇਤਨਾ ਜ਼ਰੂਰ ਪਤਾ ਸੀ, ਮਨਸੂਰ ਬੇਕਸੂਰ ਹੈ। ਪਰ ਉਹਨੇ ਦੇਖਿਆ ਹੁਣ ਸਾਰਿਆਂ ਨੇ ਪੱਥਰ ਚੁੱਕ ਲਏ ਨੇ ਮਾਰਨ ਵਾਸਤੇ, ਤੇ ਮੈਂ ਨਾ ਚੁੱਕਿਆ ਤੇ ਮੈਂ ਨਾ ਮਾਰਿਆ, ਤੇ ਮੈਨੂੰ ਸਾਥੀ ਸਮਝ ਕੇ ਕਿਧਰ ਮੈਨੂੰ ਹੀ ਸੂਲੀ ਤੇ ਨਾ ਚਾੜਨ। ਹੁਕਮ ਹੋਇਆ, ਮਾਰੋ। ਸਾਰਿਆਂ ਨੇ ਪੱਥਰ ਮਾਰੇ। ਸ਼ਿਵਲੀ ਕੋਲ ਇੱਕ ਫੁੱਲ ਸੀ ਗੁਲਾਬ ਦਾ, ਉਹਨੇ ਵੀ ਖਿੱਚ ਕੇ ਮਾਰਿਆ, ਇੰਜ ਮੁੱਠ ਬੰਦ ਕਰਕੇ। ਸਿਰਫ ਇਹ ਸਮਝਾਉਣ ਵਾਸਤੇ ਕਿ ਲੋਕਾਂ ਨੂੰ ਪਤਾ ਚਲੇ ਮੈਂ ਵੀ ਮਾਰਿਆ। ਪੱਥਰ ਲਗੇ, ਹੱਸਦਾ ਰਿਹਾ ਮਨਸੂਰ, ਹੱਸਦਾ ਰਿਹਾ। ਪਰ ਗਜ਼ਬ ਦੀ ਗੱਲ, ਅੱਧੇ ਪੱਥਰ ਉਸ ਨੂੰ ਨਹੀਂ ਵੀ ਲੱਗੇ ਸਨ, ਨਿਸ਼ਾਨੇ ਤੇ ਨਹੀਂ ਲੱਗੇ ਸਨ। ਅੱਧੇ ਜਿਹੜੇ ਲੱਗੇ ਹੈ, ਹੱਸਦਾ ਰਿਹਾ। ਪਰ ਰੱਬ ਦੀ ਨੇਤ ਸਮਝੋ, ਉਹ ਜੋ ਗੁਲਾਬ ਖਿੱਚ ਕੇ ਮਾਰਿਆ, ਉਹ ਇੱਥੇ ਮੱਥੇ ਤੇ ਲੱਗੇ ਫੁੱਲ। ਚੀਖ ਨਿਕਲ ਗਈ ਮਨਸੂਰ ਦੀ ਬੜੀ ਉੱਚੀ। ਸ਼ਿਵਲੀ ਕੋਲ ਪਹੁੰਚਿਆ, ਅੱਖਾਂ ਭਰੀਆਂ ਨੇ। ਮਿੱਤਰਾ, ਪੱਥਰ ਤੇਰੇ ਜਿਸਮ ਨੂੰ ਲੱਗਦੇ ਰਹੇ, ਤੂੰ ਲਹੂ ਲੁਹਾਨ ਹੁੰਦਾ ਰਿਹਾ ਤੇ ਹੱਸਦਾ ਰਿਹਾ। ਮੈਂ ਤੇ ਫੁੱਲ ਮਾਰਿਆ, ਔਰ ਫੁੱਲ ਵੀ ਗੁਲਾਬ ਦਾ। ਤੇਰੀ ਚੀਖ ਨਿਕਲ ਗਈ। ਮਨਸੂਰ ਕਹਿੰਦਾ, ਤੂੰ ਫੁੱਲ ਭੇਟ ਨਹੀਂ ਕੀਤਾ, ਮਾਰਿਆ। ਮਾਰਿਆ। ਸਵਾਲ ਇਹ ਨਹੀਂ ਕਿ ਹੁਣ ਪੱਥਰ ਨਾਲ ਮਾਰਨਾ ਹੈ ਕਿ ਫੁੱਲ ਨਾਲ ਮਾਰਨਾ ਹੈ, ਮਾਰੇ। ਮਾਰਨ ਨਾਲ ਚੋਟ ਲੱਗੀ। ਪਰ ਪੱਥਰ ਖਾ ਕੇ ਤੇ ਤੂੰ ਹੱਸਦਾ ਰਿਹਾ। ਹਾਂ, ਪੱਥਰ ਮਾਰੇ ਮੂਰਖਾਂ ਨੇ ਜੋ ਮੈਨੂੰ ਨਹੀਂ ਜਾਣਦੇ, ਫੁੱਲ ਮਾਰਿਆ ਉਸਨੇ ਸਿਆਣੇ ਨੇ ਜੋ ਮੈਨੂੰ ਜਾਣਦਾ। ਇਸ ਕਰਕੇ ਚੀਖ ਨਿਕਲ ਗਈ ਹੈ। ਮੇਰੀ ਅਵਸਥਾ ਨੂੰ ਜਾਣਦਾ ਹੈ, ਮੈਨੂੰ ਜਾਣਦਾ ਹੈ, ਮੇਰੀ ਤਰ੍ਹਾਂ ਅਨੁਭਵੀ ਪੁਰਸ਼ ਹੈ। ਇਹ ਵੀ ਪੈ ਦੇ ਚ ਆ ਗਿਆ। ਤੂੰ ਮਾਰਿਆ ਫੁੱਲ। ਜਿਨ੍ਹਾਂ ਨੇ ਮੈਨੂੰ ਪੱਥਰ ਮਾਰੇ, ਮੇਰਾ ਤਨ ਜ਼ਖਮੀ ਕੀਤਾ ਹੈ, ਪਰ ਕੀ ਕਰਾਂ, ਤੇਰਾ ਮਾਰਿਆ ਹੋਇਆ ਫੁੱਲ ਤੇ ਮੇਰੇ ਮਨ ਤੋਂ ਵੀ ਪਾਰ ਹੋ ਗਿਆ, ਬਹੁਤ ਗਹਿਰਾ ਗਿਆ। ਸਮਝਦਾਰ ਨੇ ਮਾਰਿਆ, ਇੱਕ ਫਕੀਰ ਨੇ ਮਾਰਿਆ, ਇੱਕ ਸੰਤ ਨੇ ਮਾਰਿਆ, ਜਦ ਕਿ ਸੰਤ ਦਾ ਇਹ ਕਰਮ ਨਹੀਂ ਆਉਂਦਾ, ਸੰਤ ਦੀ ਇਹ ਸੋਚਣੀ ਨਹੀਂ ਆਉਂਦੀ। ਸਵਾਲ ਇਹ ਨਹੀਂ ਕਿ ਤੂੰ ਫੁੱਲ ਮਾਰਿਆ, ਸਵਾਲ ਇਹ ਹੈ ਕਿ ਮਾਰਿਆ। ਤੂੰ ਭੇਟ ਨਹੀਂ ਕੀਤਾ, ਮਾਰਿਆ। ਪੈਰੀ ਪੈ ਗਿਆ ਸ਼ਿਵਲੀ। ਹਾਂ, ਮੈਂ ਮਾਰਿਆ। ਮਨਸੂਰ ਕਹਿੰਦੇ ਨੇ, ਹੁਣ ਤੇਰੇ ਤੇ ਮੈਨੂੰ ਤਰਸ ਆਇਆ, ਤੇ ਜਿਸ ਤੇ ਤਰਸ ਆਵੇ ਛੜਿਆ ਹੋਇਆ ਹੈ। ਤੈਨੂੰ ਦੇਖ ਕੇ ਮੈਨੂੰ ਤਰਸ ਆਇਆ, ਤੂੰ ਗਿਰਿਆ, ਬਾਕੀ ਭੀੜ ਦੇ ਤੂੰ ਵੀ ਗਿਰਿਆ, ਤੂੰ ਵੀ ਥੱਲੇ ਚਲਾ ਗਿਆ। ਮੁਖਤਸਰ ਮੈਂ ਅਰਜ਼ ਕਰਾਂ, ਅਨੁਭਵੀ ਗਿਆਨ ਦੂਸਰੇ ਦੀ ਅਤਿਅੰਤ ਗਿਰਾਵਟ ਨੂੰ ਵੇਖ ਕੇ ਵੀ ਉਸ ਨੂੰ ਤਰਸ ਆਵੇਗਾ, ਕਿਉਂਕਿ ਉਸ ਨੂੰ ਸਮਝ ਹੈ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ। ਜਦ ਕਦੀ ਕੋਈ ਗਿਰੇਗਾ, ਅਹੰਕਾਰ करके गिरेगा, लोभ करके गिरेगा, वासना करके गिरेगा, और क्यों गिरेगा? यही गिरावट है। सारे संसार दी मूल समस्या यही है, चाहे वह किसी मुल्क दा, किसी जात दा, किसी मजहब दा। ऐसे मनुख नूं कहंदे ने ये अनुभव प्रकाश दे च जीवदा है। उसनूं पढ़ा लिखा मिलेगा,
अनपढ़ मिलेगा, मूर्ख मिलेगा, सियाणा मिलेगा, हिंदू मिलेगा, मुस्लिम मिलेगा, उसनों समझ है मूल समस्या ही है। ये बेईमान नहीं होया, सीमा विच है, नैतिक है। क्योंकि अनैतिक होण नाल समाज कबूल नहीं करता, अनैतिक होण नाल कानून सजा देंदा है। तो नैतिक होके जी रहा है, वो इन्हां अपनियां बिरतियां नूं सीमा विच रख रहा है। इस वास्ते नैतिक मनुख एक संत की दृष्टि विच ਉਹ ਨੇ जो मन के तल ते अपराधी ने, पापी ने, अजे तन के तल ते प्रगट नहीं होया, उन्होंने उत्ते तरस आउंदा है। अपराध तन के तल ते प्रगट नहीं होया, सीमा विच रखिया होया हंकार नूं, सीमा विच रखिया होया लोभ नूं, ये बेईमानी तक ना पहुंचे, किसी नूं चोट ना पहुंचावे, लेकिन अंदर ते है। इस नूं कहंदे ने अनुभवी ज्ञान। पर चूंकि सारे मनुखों की समस्या यही आउंदी है, उसनूं तरस आउंदा है, घृणा नहीं करता। अगर घृणा भी करता है तो यह अनुभवी पुरुष नहीं है, तो संसारी है, बिल्कुल दुनियावी बंदा है। अगर ये घृणा करता है, नफरत करता है, एक तो मैनू ये पता है कि भोजन किसने बनाया है, मैनू ये पता है। एक फिर मैनू ये भी पता है कि भोजन की है, दाल की है, सब्जी की है, कि रोटी मकई दी है, कणक दी है, मैनू समझ है। ये दूसरी समझ है मैनू। एक उसकी समझ है जिन्हां ने बनाया है, एक उसकी समझ है जो बने हैं। ये दो समझ है। मैं फिर दोहरावां, एक तो इसकी समझ है जिसने बनाया है भोजन, एक इसकी समझ है जो बने है भोजन। भावें बनाण वाले दी समझ है, भावें बने हुए दी समझ है, पर यह भोजन मेरे जीवन का हिस्सा नहीं बनया, मेरा खून नहीं बनया, मेरा मांस नहीं बनया, क्योंकि मैं खादा ही नहीं, मैं छकिया ही नहीं। ये भोजन मेरा खून नहीं है, ये भोजन मेरी हड्डियां दे च नहीं है, ये भोजन मेरा मांस नहीं है, ये भोजन मेरे इंद्रियां की शक्ति नहीं है। मैं भोजन बारे भी जानदा, ते भोजन नूं जिन्हां ने बनाया है उस बारे भी जानदा हां, फिर भी ये भोजन मैं नहीं हाँ, ये मेरा मांस नहीं है, ये मेरा खून नहीं है। कथा कहानी सुन के, गुरबाणी पढ़ के, समझ के, एक तो मैं गुरबाणी के अर्थां नूं जानदा, एक गुरबाणी मैनूं कंठ है, एक कंठ है, एक मैनूं अर्थबोध का ज्ञान है। एक तो यह दो तरह की समझ है। इनू कहते ने ईश्वर के संबंध बारे जानना, परमात्मा बारे जानना एक ऐसा होंदा है कि मनुख बाणी का रूप हो जाता है। बाणी किसनों कहते हैं? गुरु का रूप हो जाता है। वाकई जिस दिन सिख गुरु का रूप हो जाता है, गुरु नूं कहना पैंदा मेरा अपना ही रूप है, खालसा मेरो रूप है खास, खालसे मैं हूं करो निवास। वो परमात्मा का रूप हो जाता है। परमात्मा नूं भी कहना पेगा मेरा अपना ही रूप है। अब तो जाए चढ़े सिंहासन, मिले हैं सारंग पानी, राम कबीरा एक भय है, कोई न सके पछानी। ये राम ही हो गया। हुण उसदे सुभाव दे राम प्रगट होवेगा, उसदे व्यवहार दे राम प्रगट होवेगा, उसदे विचारां दे सोचने दे ते राम है ही। हुण उसदे रोम रोम दे राम उसका सुभाव है, राम उसकी जिंदगी है। हुण राम तो बिना होर कुछ भी नहीं, ये उसका निजी अनुभव है। सुनन तो बाद जो मनना है, मनना इस ढंग का नहीं जिवें आम समझिया जाता है बई मैं मनदा नहीं, मेरे मन का हिस्सा बन गया। जो भोजन मैं खादा नहीं वो मेरे तन का हिस्सा नहीं, और जिसनों मैं मनिया नहीं वो मेरे मन का हिस्सा नहीं,
ਲੋਕੀ ਕਹਿੰਦੇ ਤੇ ਹਨ ਅਸੀਂ ਗੁਰੂ ਨੂੰ ਮੰਨਦੇ ਹਾਂ ਤਾਂ ਹੀ ਗੁਰਦੁਆਰੇ ਆਉਂਦੇ ਹਾਂ। ਅਸੀਂ ਗੁਰੂ ਨੂੰ ਮੰਨਦੇ ਹਾਂ ਤਾਂ ਹੀ ਤੇ ਮੱਥਾ ਪੈ ਟੇਕਦੇ ਹਾਂ। ਗੁਰੂ ਨੂੰ ਮੰਨਦੇ ਹਾਂ ਤਾਂ ਹੀ ਤੇ ਕਥਾ ਕੀਰਤਨ ਗੁਰੂ ਦੀ ਸੁਣਨ ਆਇਆ, ਪਰ ਵਿਵਹਾਰ ਦੇ 'ਚ ਤੇ ਗੁਰੂ ਪ੍ਰਗਟ ਨਹੀਂ ਆਉਂਦਾ। ਸੰਧਿਆ ਦਾ ਸਮਾਂ ਹੈ, ਸ਼ਰਾਬ ਦੀ ਬੋਤਲ ਖੋਲ ਕੇ ਬੈਠਾ ਹੈ, ਤੇਰਾ ਮੱਥਾ ਟੇਕਣਾ ਕੀ ਮੈਨੇ ਰੱਖਦਾ ਹੈ, ਤੇਰਾ ਗੁਰਦੁਆਰੇ ਆਣਾ ਕੀ ਮੈਨੇ ਰੱਖਦਾ ਹੈ, ਤੇਰਾ ਕਥਾ ਕੀਰਤਨ ਸੁਣਨਾ ਕੀ ਮੈਨੇ ਰੱਖਦਾ ਹੈ। ਇਹ ਮੰਨਣਾ ਨਹੀਂ ਹੈ, ਗੁਰੂ ਮਨ ਦਾ ਹਿੱਸਾ ਨਹੀਂ ਬਣਿਆ। ਇਹ ਤੇ ਇੰਜ ਹੈ ਜਿਵੇਂ ਮੈਂ ਜਾਣਦਾ ਭੋਜਨ ਕਿਸ ਨੇ ਬਣਾਇਆ ਹੈ, ਮੈਂ ਜਾਣਦਾ ਇਹ ਭੋਜਨ ਕੀ ਬਣਿਆ ਹੈ, ਮੈਂ ਇੰਨਾ ਜਾਣਦਾ ਇਹ ਦਾਲ ਬਣੀ, ਇਹ ਸਬਜ਼ੀ ਬਣੀ, ਇਹ ਰੋਟੀਆਂ ਬਣੀਆਂ ਨੇ, ਇੰਨੀ ਸਮਝ ਹੈ। ਇਹ ਜਾਣਦਾ ਕਿਸ ਨੇ ਬਣਾਇਆ ਹੈ। ਵਾਸਤਵਿਕ ਇਹ ਭੋਜਨ ਕੀ ਹੈ, ਇਹ ਤੇ ਉਸ ਦਿਨ ਸਮਝ ਪਏਗੀ ਜਦ ਮੈਂ ਖਾਵਾਂਗਾ, ਮੇਰਾ ਖੂਨ ਬਣੇਗਾ, ਮੇਰੀ ਮਿੰਜ ਤੇ ਮਾਸ ਬਣੇਗਾ, ਉਹ ਭੋਜਨ ਮੇਰਾ ਤਨ ਹੋਵੇਗਾ। ਜਿਤਨੇ ਚਿਰ ਤੱਕ ਮਨ ਹੀ ਗੁਰੂ ਨਹੀਂ ਹੋ ਜਾਂਦਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤੇ ਕੀ ਮੰਨਿਆ, ਕੁਝ ਵੀ ਨਹੀਂ ਮੰਨਿਆ। ਗੁਰੂ ਮਨ ਦਾ ਹਿੱਸਾ ਬਣ ਜਾਂਦਾ ਹੈ, ਪ੍ਰਮਾਤਮਾ ਮਨ ਦਾ ਹਿੱਸਾ ਬਣ ਜਾਂਦਾ ਹੈ। ਤੇ ਜਦ ਪ੍ਰਮਾਤਮਾ ਹੀ ਮਨ ਹੋ ਜਾਂਦਾ ਤਾਂ ਮਨ ਤੇ ਮਿਟ ਗਿਆ, ਹੁਣ ਪ੍ਰਮਾਤਮਾ ਹੀ ਪ੍ਰਮਾਤਮਾ ਹੈ, ਇੰਜ ਕਹਿ ਲਓ। ਹੁਣ ਈਸ਼ਵਰ ਹੀ ਈਸ਼ਵਰ ਹੈ। ਤੋ ਜਿਨ੍ਹਾਂ ਦੇ ਮਨ ਨੇ ਮੰਨ ਲਿਆ, ਇਹ ਪਹਿਲੀ ਪੌੜੀ ਚ ਕੱਲ ਆਪਨੇ ਸਰਵਨ ਕੀਤਾ, ਜਿਸਨੇ ਵੀ ਮੰਨ ਲਿਆ ਭਾਵ ਪ੍ਰਮਾਤਮਾ ਜਿਨ੍ਹਾਂ ਦੇ ਮਨ ਦਾ ਹਿੱਸਾ ਬਣ ਜਾਂਦਾ ਹੈ। ਮੈਂ ਫਿਰ ਅਰਜ਼ ਕਰਨਾ, ਸੁਣਨਾ ਵੀ ਇੱਕ ਪਹਿਲੀ ਸਟੇਜ ਹੈ। ਗੁਰਦੁਆਰੇ ਆਣਾ, ਕਥਾ ਕੀਰਤਨ ਸੁਣਨਾ, ਦਾਨ ਪੁੰਨ ਕਰਨਾ, ਇਹ ਸਭ ਨੂੰ ਸ਼ਰ੍ਹਾ ਦੇ ਚ ਗਿਣਦੇ ਨੇ, ਕਰਮ ਕਾਂਡ ਦੇ ਚ ਗਿਣਦੇ ਨੇ, ਇੱਕ ਰਹਿਤ ਦੇ ਚ ਗਿਣਦੇ ਨੇ। ਤੇ ਹੁਣ ਇਸ ਨੂੰ ਇਸ ਤਰ੍ਹਾਂ ਲਈਏ, ਇਹਦੀ ਲੋੜ ਹੈ, ਲੋੜ ਹੈ। ਜਿਵੇਂ ਸਕੂਲ ਦੇ ਚ ਦਾਖਲਾ ਲੈਣਾ ਹੈ, ਲੋੜ ਹੈ। ਫਿਰ ਛੋਟੀ ਕਲਾਸ ਦੇ ਚ ਅੱਖਰਾਂ ਨੂੰ ਸਿੱਖਣਾ ਹੈ, ਅਲਫਾਬੇਟ ਸਿੱਖਣਾ ਹੈ, ਊੜਾ ਐੜਾ ਈੜੀ ABC ਇਹ ਸਿੱਖਣੀ। ਮਾਂ ਬਾਪ ਖੁਸ਼ ਹੋ ਜਾਂਦੇ ਨੇ ਜਦ ਬੱਚਾ ਅੱਖਰ ਲਿਖਣ ਲੱਗ ਪਏ, ਬਈ ਮੇਰੇ ਬੱਚੇ ਨੂੰ ਅੱਖਰ ਲਿਖਣਾ ਆ ਗਿਆ, ABC ਲਿਖਦਾ ਪਿਆ, ਊੜਾ ਐੜਾ ਈੜੀ ਲਿਖਦਾ ਪਿਆ, ਖੁਸ਼ ਹੋ ਜਾਂਦੇ ਨੇ ਮਾਂ ਬਾਪ। ਤੇ ਇਹ ਬੱਚਾ ਹੁਣ 12-14 ਸਾਲ ਦਾ ਹੋ ਗਿਆ, ਅਜੇ ਵੀ ਊੜਾ ਐੜਾ ਲਿਖਦਾ ਪਿਆ। ਉਹੀ ਮਾਂ ਬਾਪ ਜੋ ਖੁਸ਼ ਹੋਏ ਸਨ ਦੁਖੀ ਹੋਣਗੇ, ਲੈ ਇਹ ਤੇ ਅਜੇ ਵੀ ਊੜਾ ਐੜਾ, ਇਹ ਤੇ ਅਜੇ ਵੀ ABC। ਤੇ ਮਾਂ ਬਾਪ ਨੂੰ ਆਖੀਏ, ਪਹਿਲੇ ਦਿਨ ਜਦ ਇਸਨੇ ਲਿਖਿਆ ਸੀ ਤੁਸੀਂ ਪ੍ਰਸੰਨ ਹੋਏ ਸੀ, ਸ਼ਾਬਾਸ਼ ਦੇ ਰਹੇ ਸੀ, ਖੁਸ਼ ਹੋ ਰਹੇ ਸੀ, ਲੱਡੂ ਪੇ ਵੰਡਦੇ ਸੀ, ਸਾਡੇ ਬੱਚੇ ਨੂੰ ਲਿਖਣਾ ਆ ਗਿਆ, ਅੱਖਰ ਲਿਖਣਾ ਆ ਗਿਆ, ਤੇ ਹੁਣ ਲਿਖਦਾ ਪਿਆ ਤੇ ਦੁਖੀ ਕਿਉਂ ਹੋ ਰਿਹਾ? ਇਹਨੂੰ ਕਹਿੰਦੇ ਨੇ ਗ੍ਰਹਿਣ ਵੀ ਕਰਨਾ ਹੈ ਤੇ ਛੋੜਨਾ ਵੀ ਹੈ। ਅੱਖਰ ਸਿੱਖਣੇ ਵੀ ਨੇ, ਅੱਖਰ ਅਣਸਿੱਖੇ ਵੀ ਕਰ ਦੇਣਾ ਹੈ। ਸਕੂਲ ਦੇ ਵਿੱਚ ਦਾਖਲਾ ਵੀ ਲੈਣਾ ਹੈ, ਪਰ ਸਕੂਲ ਨੂੰ ਤਿਆਗਣਾ ਵੀ ਹੈ। ਦਾਖਲ ਹੋਇਆ ਸਕੂਲ ਦੇ ਵਿੱਚ, ਮਾਂ ਬਾਪ ਨੂੰ ਖੁਸ਼ੀ ਹੈ, ਜ਼ਿੰਦਗੀ 'ਚ ਕਦੀ ਤਿਆਗਣ ਦਾ ਮੌਕਾ ਹੀ ਨਹੀਂ ਆਇਆ, ਸਕੂਲ ਵਿੱਚ ਹੀ ਰਿਹਾ, ਤਾਂ ਸਕੂਲ ਤੇ ਜੇਲਖਾਨਾ ਬਣ ਗਿਆ। ਔਰ ਕੀ ਹੈ? ਸੰਨ 47 ਦੇ ਜਦ ਪਹਿਲੀ ਦਫਾ ਸੀ ਰਾਜਸਥਾਨ ਦੇ, ਚਾਹੇ ਮੈਨੂੰ ਯਾਦ ਹੈ, ਪਠਾਨਿਸਤਾਨ ਤੋਂ ਟ੍ਰੇਨ ਸਿੱਧੀ ਇੱਥੇ ਪਹੁੰਚੀ ਸੀ, ਰਿਫਿਊਜੀ ਬਣ ਕੇ ਭਾਰਤ ਦੇ ਆਏ ਸੀ। ਤੇ ਇਹ ਰਾਜਸਥਾਨ ਦੀਆਂ ਸਟੇਟਾਂ ਉਦੋਂ ਵੀ ਰਜਵਾੜੇ ਹੀ ਸਨ, ਰਾਜਿਆਂ ਦੀ ਆਪਣੀਆਂ ਹਕੂਮਤਾਂ ਸਨ, ਛੋਟੇ ਛੋਟੇ ਰਜਵਾੜੇ ਸਨ, ਜੈਪੁਰ, ਉਦੈਪੁਰ, ਅਲਵਰ, ਭਰਤਪੁਰ, ਕਰੋਲੀ, ਇਹ ਸਭ ਛੋਟੀਆਂ ਛੋਟੀਆਂ ਰਿਆਸਤਾਂ ਸਨ। ਪੰਜਾਬ ਦੀਆਂ ਵੀ ਰਿਆਸਤਾਂ ਸਨ, ਜੈਸੇ ਕਿ ਪਟਿਆਲਾ, ਨਾਭਾ, ਜੀਂਦ, ਕਪੂਰਥਲਾ। ਤੋ ਅਲਵਰ ਦੇ ਚ ਇੱਕ ਨਿਯਮ ਸੀ, ਜਿਹੜਾ ਬੱਚਾ ਸਕੂਲ ਦੇ 3 ਦਫਾ ਫੇਲ ਹੋ ਗਿਆ, ਫਿਰ ਉਸ ਨੂੰ ਕੱਢ ਦਿਓ, ਉਹਨੂੰ ਕਹੋ ਕੋਈ ਹੋਰ ਕੰਮ ਕਰੇ, ਇਹ ਪੜ੍ਹਨਾ ਲਿਖਣਾ ਤੇਰੇ ਕੰਮ ਦਾ ਨਹੀਂ।
ਉਹਨੂੰ ਕੱਢ ਦਿੱਤਾ ਜਾਂਦਾ ਸੀ। ਵਾਕਈ ਉਹਨੂੰ ਕਿਹਾ ਜਾਂਦਾ ਸੀ ਕੋਈ ਤੂੰ ਹੁਨਰ ਸਿੱਖ, ਕੋਈ ਦਸਤਕਾਰੀ ਸੀ ਕਿ ਪੜ੍ਹਨਾ ਲਿਖਾ ਤੇਰੇ ਕੰਮ ਦਾ ਨਹੀਂ ਹੈ। ਨਾ ਸਕੂਲ ਦਾ ਵਕਤ ਜ਼ਾਇਆ ਕਰ, ਨਾ ਟੀਚਰਾਂ ਦਾ, ਤੇ ਨਾ ਆਪਣਾ। ਸਕੂਲ ਦੇ ਦਰਵਾਜ਼ੇ ਉਸ ਲਈ ਬੰਦ ਕਰ ਦਿੰਦੇ ਸਨ। ਜੋ ਚੌਥੀ ਦੇ 3 ਸਾਲ ਬੈਠ ਜਾਏ, ਜੋ 5ਵੀਂ ਦੇ ਤੀਜੀ ਦਫਾ ਫੇਲ ਹੋ ਰਿਹਾ, 6ਵੀਂ ਦੇ ਤੀਜੀ ਦਫਾ ਫੇਲ ਹੋ ਰਿਹਾ, ਕੱਢ ਦੇ ਉਸ ਨੂੰ। ਮੈਂ ਦੇਖੇ ਨੇ ਗੁਰਦੁਆਰਿਆਂ 'ਚ ਜਿਹੜੇ 40-40 ਸਾਲ ਤੋਂ ਆ ਰਹੇ ਨੇ, ਅਜੇ ਵੀ ਉੱਤੇ ਬੈਠੇ ਨੇ, ਅੱਗੇ ਨਹੀਂ ਗਏ। ਮੈਂ ਦੇਖੇ ਨੇ, ਉੱਥੇ ਹੀ ਬੈਠੇ ਨੇ। ਗਾਲਿਬ ਨੇ ਮੈਨੂੰ 40-42 ਸਾਲ ਹੋ ਗਏ ਨੇ ਕਥਾ ਕਰਦੇ ਹਾਂ, ਔਰ ਭਾਰਤ ਵਿੱਚ ਕੁਝ ਸ਼ਹਿਰ ਐਸੇ ਨੇ ਮੇਰਾ ਨਾਗਾ ਕਦੀ ਨਹੀਂ ਪਿਆ। ਪ੍ਰਭੂ ਦੀ ਕਿਰਪਾ ਮੈਂ ਹਰ ਸਾਲ ਹੀ ਉੱਥੇ ਪਹੁੰਚਿਆ। 40 ਸਾਲ ਪਹਿਲੇ ਜਿੱਥੇ ਦੇਖੇ ਸਨ, ਅੱਜ ਵੀ ਉੱਥੇ ਨੇ। ਉਹਨਾਂ ਦੇ ਮਾਨਸਿਕ ਮੰਡਲ ਵਿੱਚ ਕੋਈ ਤਬਦੀਲੀ ਨਹੀਂ ਹੋਈ। ਊੜਾ ਐੜਾ ਉਦੋਂ ਵੀ ਲਿਖਦੇ ਸਨ, ਹੁਣ ਵੀ ਲਿਖਦੇ ਨੇ। ਉਦੋਂ ਵੀ ਕਰਮਕਾਂਡੀ ਸਨ, ਅੱਜ ਵੀ ਕਰਮਕਾਂਡੀ ਨੇ। ਉਦੋਂ ਵੀ ਸ਼ਰਈ ਸਨ, ਅੱਜ ਵੀ ਸ਼ਰਈ ਨੇ। ਗ੍ਰਹਿਣ ਕਰਨਾ ਪੈਂਦਾ ਹੈ, ਛੋੜਨਾ ਵੀ ਪੈਂਦਾ ਹੈ। ਸਕੂਲ ਵਿੱਚ ਦਾਖਲਾ ਲੈਣਾ ਪੈਂਦਾ ਹੈ, ਸਕੂਲ ਤੋਂ ਅਲਵਿਦਾ ਵੀ ਹੋਣਾ ਪੈਂਦਾ, ਵਿਦਾਇਗੀ ਵੀ ਦੇਣੀ ਪੈਂਦੀ ਹੈ। ਜਾ ਬਈ ਚਲੇ ਆਉਣਾ ਸੀ। ਬਿਮਾਰ ਹੈ, ਔਸ਼ਧੀ ਖਾਣੀ ਵੀ ਪੈਂਦੀ ਹੈ, ਸੰਭਾਲ ਕੇ ਰੱਖਣੀ ਵੀ ਪੈਂਦੀ ਹੈ, ਖਾਣੀ ਵੀ ਪੈਂਦੀ ਹੈ। ਫਿਰ ਇੱਕ ਦਿਨ ਐਸਾ ਵੀ ਆਉਂਦਾ ਹੈ, ਤਿਆਗਣੀ ਵੀ ਪੈਂਦੀ ਹੈ। ਛੱਡੋ ਇਸ ਨੂੰ। ਜੀਵਨ ਭਰ ਇਹ ਔਸ਼ਧੀ ਚੱਲਦੀ ਹੈ ਔਰ ਉਸ ਦਾ ਤਿਆਗ ਨਾ ਹੋਵੇ ਤਾਂ ਪਤਾ ਹੈ ਆਯੁਰਵੇਦ ਦੇ ਗ੍ਰੰਥਾਂ 'ਚ ਕੀ ਕਹਿੰਦੇ ਨੇ? ਔਸ਼ਧੀ ਹੀ ਰੋਗ ਹੈ। ਫਿਰ ਰੋਗ ਤੇ ਰੋਗ ਹੋਵੇਗਾ, ਇਹ ਔਸ਼ਧੀ ਵੀ ਰੋਗ ਹੈ। ਹੁਣ ਜਿੰਨੇ ਚਿਰ ਤੱਕ ਰੋਗ ਰਹੇ, ਉਨੇ ਚਿਰ ਤੱਕ ਔਸ਼ਧੀ ਰਹੇ, ਤੇ ਔਸ਼ਧੀ ਦਾ ਮਤਲਬ ਕੀ ਹੋਇਆ? ਫਿਰ ਔਸ਼ਧੀ ਖਾਣੀ ਵੀ ਪੈਂਦੀ ਹੈ, ਸੰਭਾਲ ਕੇ ਰੱਖਣੀ ਵੀ ਪੈਂਦੀ ਹੈ। ਇੱਕ ਦਿਨ ਉਹ ਵੀ ਆਉਂਦਾ ਹੈ ਕਿ ਸ਼ੀਸ਼ੀਆਂ ਦੇ ਵਿੱਚ ਪਈ ਹੋਈ ਦਵਾਈ ਪਰੇ ਸੁੱਟਣੀ ਪੈਂਦੀ ਹੈ। ਗੱਲ ਖਤਮ। ਜਦ ਤਨ ਤੋਂ ਰੋਗ ਨਿਕਲ ਗਿਆ ਤੇ ਇਹ ਔਸ਼ਧੀਆਂ ਤੂੰ ਘਰ ਚੋਂ ਨਿਕਲ, ਗੱਲ ਖਤਮ। ਪਰ ਮਨੁੱਖ ਦੀ ਮਮਤਾ ਹੋ ਜਾਏ, ਪਰ ਚੂੰਕਿ ਇਸ ਔਸ਼ਧੀ ਨੇ ਮੇਰਾ ਰੋਗ ਦੂਰ ਕੀਤਾ ਹੈ ਤੇ ਇਸ ਨੂੰ ਮੈਂ ਸੰਭਾਲ ਕੇ ਰੱਖਣਾ, ਇਹਦੀ ਤੇ ਮੈਂ ਪੂਜਾ ਕਰਨੀ ਹੈ, ਇਹ ਔਸ਼ਧੀ ਰੋਗ ਬਣ ਜਾਏਗੀ। ਇੱਕ ਕਹਾਣੀ ਮੈਂ ਪੜ੍ਹੀ ਸੀ, 5-4 ਬੰਦੇ ਬੇੜੀ ਤੋਂ ਪਾਰ ਹੋਏ। ਕਿਧਰੇ ਖੜੀ ਸੀ ਸ਼ਾਮ ਦੇ ਵਕਤ ਕੱਲੀ ਬੇੜੀ। ਇੱਕ ਨੂੰ ਕਿਧਰੇ ਚੱਪੂ ਮਾਰਨਾ ਆਉਂਦਾ ਸੀ, ਮਾਰ ਕੇ ਪਾਰ ਹੋ ਗਏ। ਕਹਿਣ ਲੱਗੇ ਬੜੀ ਕੀਮਤੀ ਚੀਜ਼ ਹੈ, ਦਰਿਆ ਤੋਂ ਪਾਰ ਕੀਤਾ ਹੈ। ਤੇ ਚਾਰਾਂ ਨੇ ਸਿਰ ਤੇ ਚੁੱਕ ਲਿਆ। ਕਹਿਣ ਲੱਗੇ ਇਸਨੇ ਪਾਰ ਕੀਤਾ, ਹੁਣ ਅਸੀਂ ਇਸ ਨੂੰ ਨਹੀਂ ਛੋੜਾਂਗੇ, ਇਹਦਾ ਅਹਿਸਾਨ। ਲੋਕੀ ਮੂੜ ਕਹਿਣ, ਠੀਕ ਹੈ ਪਾਰ ਕੀਤਾ ਹੈ, ਧੰਨਵਾਦ ਕਰਕੇ ਇੱਕ ਪਾਸੇ ਹੋ। ਸਿਰ ਤੇ ਚੁੱਕੀ ਫਿਰੇ ਅਗਰ ਸਾਰੀ ਜ਼ਿੰਦਗੀ ਕੋਈ, तो समझ लो पानी ने नहीं डोबे, हुण बेड़ी नहीं डोब दिता है। यही गल बनेगी ना। बहुत सारी दुनिया कर्म कांड दे च डुब के रह जाती है। बहुत सारी दुनिया लई कर्म कांड दवाई ना बन के रोग बन जाता है। बहुत सारे लोगों लई शरा स्कूल ना बन के जेल बन जाता है, और शरा जेल बन गई है, कर्म कांड रोग बन गया है। कर्म कांड ही सिर दा बोझ बन गया बेड़ी की तरह। इस तरह के बंदे कठोर होणगे। धर्म की दुनिया दे अगर बहुत वड्डे खून खराबे होंदे ने इन्हां ही लोकां करके। शरा ही शरा है, बाकी कुछ नहीं, सिर्फ शरा है। सिर्फ इतना ही पता है भोजन किसने बनाया, थोड़ियां नूं थोड़ी जिहां ज्यादा जानकारी है भोजन की बने, खादा कोई नहीं। ये भोजन उन्हां दा शरीर नहीं है, ये भोजन उन्हां दा खून नहीं है, ये भोजन उन्हां दी मिंज ते मांस नहीं है, ये भोजन उन्हां दी हड्डियां दे च नहीं है। इस जानकारी नूं बैरूनी जानकारी कहंदे ने, अनुभव नहीं है, क्योंकि मन का हिस्सा ही नहीं बनया। मैं एक दफा फिर दोहरा दिया कल वाली विचारधारा, जो भोजन मैं छकिया नहीं वो मेरे शरीर का हिस्सा नहीं है।
ਜਿਸ ਨੂੰ ਮੈਂ ਅਜੇ ਆਪਣੇ ਮਨ ਦਾ ਹਿੱਸਾ ਨਹੀਂ ਬਣਾਇਆ, ਜੋ ਮੇਰੇ ਮਨ ਦਾ ਹਿੱਸਾ ਹੀ ਨਹੀਂ ਹੈ, ਉਹਨੂੰ ਮੈਂ ਕੀ ਮੰਨਿਆ? ਨਹੀਂ ਮੰਨਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਵੇਂ ਨਹੀਂ ਮਨ ਨੂੰ ਗੁਰੂ ਕਹਿ ਦਿੱਤਾ। ਮਨੁਆ ਗੁਰਮੁਰ ਮਨ ਸਾ ਮਾਈ, ਜਿਨ ਮੋਹ ਕੋ ਸ਼ੁਭ ਕਿਰਿਆ ਪੜਾਈ। ਇਹ ਮਨ ਮੇਰਾ ਗੁਰੂ ਹੈ। ਮਨ ਨਹੀਂ ਤੇ ਪਰਮਾਤਮਾ ਨੂੰ ਪ੍ਰਗਟ ਕਰ ਦਿੱਤਾ। ਮਨ ਨੇ ਮੰਨਿਆ ਤੇ ਮੰਨਿਆ ਕਿ ਮਨ ਹੀ ਜੋਤ ਸਰੂਪ ਹੋ ਗਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਸਨੇ ਮੰਨ ਲਿਆ, ਮਹਾਰਾਜ ਕਹਿੰਦੇ ਨੇ ਇੱਕ ਮਸਲਾ ਹੋਰ ਹੈ, ਸਮੱਸਿਆ ਹੋਰ ਹੈ। ਜਿਸਨੇ ਮੰਨ ਕੇ ਜਾਣ ਲਿਆ ਉਹ ਜਣਾ ਨਹੀਂ ਸਕਦਾ। ਇੱਕ ਸਾਇੰਟਿਸਟ ਨੂੰ ਕੁਝ ਲੱਭਿਆ, ਇੱਕ ਵਿਗਿਆਨਕ ਨੂੰ ਕੁਝ ਲੱਭਿਆ ਤੇ ਉਸਨੇ ਜਾਣਿਆ, ਉਹਦਾ ਉਹ ਪ੍ਰਤੱਖ ਪ੍ਰਮਾਣ ਰੱਖ ਦਿੰਦਾ, ਬਾਕੀ ਸਾਇੰਟਿਸਟ ਉਸ ਨਾਲ ਸਹਿਮਤ ਹੋ ਜਾਂਦੇ। ਇਸ ਵਾਸਤੇ ਫਿਰ ਕੇ ਕਤਈ ਵਿਗਿਆਨ ਦੀ ਦੁਨੀਆ 'ਚ ਨਹੀਂ ਬਣੇ, ਔਰ ਝਗੜਾ ਵੀ ਨਹੀਂ ਹੈ, ਖੂਨ ਖਰਾਬਾ ਵੀ ਨਹੀਂ ਹੈ। ਧਰਮ ਦੀ ਦੁਨੀਆ 'ਚ ਹੈ। ਧਰਮ ਦਾ ਜਿਸ ਨੂੰ ਅਨੁਭਵ ਹੋਇਆ, ਇੱਕ ਤੇ ਉਹ ਪੁਰਸ਼ ਹੈ ਜਿਸ ਨੂੰ ਅਨੁਭਵ ਹੋਇਆ। ਫਿਰ ਇੱਕ ਉਹ ਨੇ ਜੋ ਉਸ ਦੀ ਪੂਜਾ ਪ੍ਰਤਿਸ਼ਠਾ ਕਰਦੇ ਨੇ, ਉਹਨੂੰ ਮੰਨਦੇ ਨੇ। ਹੁਣ ਉਹਨਾਂ ਨੇ ਮੰਨਿਆ, ਉਹਨੂੰ ਬਾਹਰੋਂ ਦੇਖ ਕੇ, ਜਿਵੇਂ ਹੁਣੇ ਮੈਂ ਅਰਜ਼ ਕੀਤੀ ਹੈ, ਮੈਂ ਕਿਸੇ ਦਾ ਨਾਮ ਜਾਣਦਾ, ਉਹਦੇ ਪਰਿਵਾਰ ਨੂੰ ਜਾਣਦਾ, ਪਰਿਵਾਰ ਦੇ ਮੈਂਬਰਾਂ ਨੂੰ ਜਾਣਦਾ, ਉਹਦੀ ਗੋਤ ਜਾਣਦਾ, ਉਹਦਾ ਮਜ਼ਹਬ ਜਾਣਦਾ। ਇਹ ਸਾਰੀ ਜਾਣਕਾਰੀ ਮੇਰੀ ਬਾਹਰ ਦੀ ਹੈ। ਇਹ ਅੰਦਰੂਨੀ ਜਾਣਕਾਰੀ ਨਹੀਂ ਹੈ, ਇਹ ਅਨੁਭਵ ਨਹੀਂ ਹੈ। ਇਸੇ ਤਰੀਕੇ ਦੇ ਨਾਲ ਇਹਨਾਂ ਮਹਾਂਪੁਰਸ਼ਾਂ ਦੇ ਆਲੇ ਦੁਆਲੇ ਬੈਰੂਨੀ ਜਿਹੜੀ ਜਾਣਕਾਰੀ ਆਉਂਦੀ ਹੈ, ਫਿਰ ਕੇ ਖੜੇ ਹੋ ਜਾਂਦੇ ਨੇ, ਟੋਲੇ ਖੜੇ ਹੋ ਜਾਂਦੇ ਨੇ, ਬੜੇ ਸੰਘਰਸ਼ ਆਉਂਦੇ ਨੇ, ਖੂਨ ਖਰਾਬੇ ਆਉਂਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਚਾਰ ਮਹਾਂਪੁਰਸ਼ ਮਿਡਲ ਈਸਟ ਦੇ ਵਿੱਚ ਪੈਦਾ ਹੋਏ। ਮੂਸਾ ਹੋਇਆ, ਈਸਾ ਹੋਇਆ, ਜ਼ਰਦਸ਼ਤ ਹੋਇਆ ਔਰ ਮੁਹੰਮਦ ਸਾਹਿਬ ਹੋਏ। ਮੇਰਾ ਐਸਾ ਅਨੁਭਵ, ਅਗਰ ਚਾਰੋਂ ਇੱਕੋ ਹੀ ਸਮੇਂ ਆਉਂਦੇ ਤੇ ਇਹਨਾਂ ਨੇ ਇੱਕ ਦੂਜੇ ਨੂੰ ਗਲਵਕੜੀ 'ਚ ਲੈਣਾ ਸੀ, ਪਰ ਚੂੰਕਿ ਸਮਾਂ ਦਾ ਗੈਪ ਪਾ ਕੇ ਹੋਏ ਨੇ, ਅੰਤਰਾਲ ਦੇ ਨਾਲ ਹੋਏ ਨੇ। 3000 ਸਾਲ ਪਹਿਲੇ ਮੂਸਾ ਸੀ, ਗਾਲਬਨ 2000 ਸਾਲ ਪਹਿਲੇ ਈਸਾ ਸੀ, 1700-1800 ਸਾਲ ਪਹਿਲੇ ਜ਼ਰਦਸ਼ਤ ਹੋਇਆ ਤੇ ਗਾਲਬਨ ਪੌਣੇ 1400 ਸਾਲ ਹੋਏ ਮੁਹੰਮਦ ਸਾਹਿਬ ਨੂੰ। तो समय ਦਾ ਅੰਤਰਾਲ ਹੈ। ਉਸ ਕਾਰਨ ਕਰਕੇ ਮੁਸਲਮਾਨ ਯਹੂਦੀ ਨੂੰ ਗਲਵਕੜੀ 'ਚ ਨਹੀਂ ਲੈ ਸਕਦਾ। ਯਹੂਦੀ ਤੇ ਈਸਾਈਅਤ ਕਾਫੀ ਲੰਬੇ ਸਮੇਂ ਤੱਕ ਦੁਸ਼ਮਣ ਰਹੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਅੱਜ ਵੀ ਅਰਬ ਇਸਰਾਈਲ ਯਹੂਦੀਆਂ ਤੇ ਮੁਸਲਮਾਨਾਂ ਦੀ ਨਹੀਂ ਬਣਦੀ, ਇੱਕ ਦੂਜੇ ਦੇ ਜਾਨੀ ਦੁਸ਼ਮਣ ਨੇ। ਪਰ ਉਹ ਚਾਰੇ ਜੇ ਕਿਧਰੇ ਇੱਕੇ ਸਮੇਂ 'ਚ ਆਉਂਦੇ, ਸਮੇਂ ਦਾ ਅੰਤਰਾਲ ਨਾ ਆਉਂਦਾ, ਤਾਂ ਉਹਨਾਂ ਚਾਰਾਂ ਨੇ ਗਲਵਕੜੀ 'ਚ ਇੱਕ ਦੂਜੇ ਨੂੰ ਲੈਣਾ ਸੀ। ਇਹ ਠੀਕ ਹੈ, ਹੁਣ ਖਰਾਬਾ ਤੇ ਭਾਰਤ ਦੇ 'ਚ ਨਾ ਹੋਇਆ ਮਹਾਤਮਾ ਬੁੱਧ, ਮਹਾਵੀਰ, ਗੁਰੂ ਨਾਨਕ ਜਾਂ ਕ੍ਰਿਸ਼ਨ ਰਾਮ ਦੇ ਨਾਂ ਤੇ, ਪਰ ਦੂਰੀਆਂ ਤੇ ਹਨ। ਪਰ ਇਹ ਵੀ ਕਿਧਰੇ ਇੱਕੋ ਹੀ ਵਕਤ ਹੋ ਜਾਂਦੇ ਨਾ, ਇੱਕੋ ਹੀ ਵਕਤ ਇਹਨਾਂ ਨੇ ਵੀ ਗਲਵਕੜੀ ਪਾਣੀ ਸੀ। ਇਹ ਵੀ ਮੈਂ ਅਰਜ਼ ਕਰ ਦੇਣਾ। ਇੱਕ ਥਾਂ ਤੇ ਬੈਠਣਾ ਸੀ ਇਹਨਾਂ ਨੇ। ਜਿਵੇਂ ਗੁਰੂ ਨਾਨਕ ਨੇ ਰਾਮਾਨੰਦ ਨੂੰ, ਫਰੀਦ ਨੂੰ, ਕਬੀਰ ਨੂੰ, ਤ੍ਰਿਲੋਚਨ ਨੂੰ, ਰਵਿਦਾਸ ਨੂੰ ਇੱਕੋ ਥਾਂ ਤੇ ਬਿਠਾਇਆ, ਉਹਨਾਂ ਸਾਰਿਆਂ ਨੇ ਗਲਵਕੜੀ ਪਾਣੀ ਸੀ। ਪਰ ਸਮੇਂ ਦਾ ਅੰਤਰਾਲ ਪਾ ਕੇ ਹੋਏ, ਕਿਧਰੇ 5000 ਸਾਲ ਪਹਿਲੇ ਸ਼੍ਰੀ ਰਾਮ ਤੇ 500 ਸਾਲ ਪਹਿਲੇ ਗੁਰੂ ਨਾਨਕ। ਸਮੇਂ ਦਾ ਗੈਪ ਬੜਾ ਹੈ, ਸਮੇਂ ਦਾ ਅੰਤਰਾਲ ਬੜਾ ਹੈ। ਤੇ ਆਲੇ ਦੁਆਲੇ ਇਹਨਾਂ ਮਹਾਂਪੁਰਸ਼ਾਂ ਦੇ ਜੋ ਭੀੜ ਇਕੱਠੀ ਹੋ ਜਾਂਦੀ, ਉਹ ਬਾਹਰੋਂ ਜਾਣਦੇ ਨੇ। ਉਹਨਾਂ ਕੋਲ ਅੰਤਰੀ ਵਿਗਿਆਨ ਨਹੀਂ ਹੁੰਦਾ, ਉਹਨਾਂ ਕੋਲ ਅਨੁਭਵ ਨਹੀਂ ਹੁੰਦਾ। ਜੈਸੇ ਇੱਕ ਮਨੁੱਖ ਨੂੰ ਮੈਂ ਬਾਹਰੋਂ ਜਾਣਦਾ, ਮੈਂ ਹੁਣੇ ਹੀ ਅਰਜ਼ ਕੀਤੀ ਹੈ, ਸਿਰਫ ਇੱਕ ਦਫਾ ਫਿਰ ਦੁਹਰਾ ਦਿਆਂ, ਮੈਂ ਜਾਣਦਾ ਰਹਿੰਦਾ ਕਿੱਥੇ, ਇਹਦਾ ਨਾਮ ਕੀ ਹੈ, ਇਹਦੇ ਪਰਿਵਾਰ ਦੇ ਮੈਂਬਰ ਕਿਤਨੇ ਨੇ, ਇਹਦਾ ਰੰਗ ਰੂਪ ਕੀ ਹੈ, ਮਜ਼ਹਬ ਕੀ ਹੈ, ਬਸ ਮੈਂ ਇਤਨਾ ਹੀ ਜਾਣਦਾ।
ये तो सारी जानकारी बाहर दी है। यह इंज कह लो उसके नाम बारे मैं जानदा, मैं उसनों नहीं जानदा। मैं उसके परिवार बारे जानदा, मैं उसनों नहीं जानदा। मैं उसके घर बारे जानदा, कित्थे रहिंदा है, मैं उस मनुख नूं नहीं जानदा। मैं उसके मजहब बारे जानदा, हिंदू है, मुस्लिम है, सिख है, मैं उसनों नहीं जानदा। ये तो मजहब बारे जानना हो गया, तो उसके घर बारे जानना हो गया, तो उसके परिवार बारे जानना हो गया। वो की है? ये कोई जानना थोड़ी है। दरअसल महापुरुषां नूं भी लोकी सब बारों बारों ही जानते हैं। किस कुल दे च पैदा होए, रंग रूप की सी, भाषा की सी, आखिया की है, उन्हां दे अनुभव की सन। कदी कदाई कोई पहुंचता है उन्हां तक, कदी कदाई। मैं जन्म साखी च एक गाथा पढ़ी। मरदाने दी घरवाली मरदाने ते गिला करदी है, बई मुस्लिम बीबियां मैनू ताना मारदियां ने, तेरा आदमी एक हिंदू फकीर दे पिछे रबाब चुकी फिरदा है, मुसलमान होके। ते मरदाना अपनी घरवाली नूं कहंदा, फिर तू की जवाब दिता है? कहंदा मैं की जवाब देंदी, मैं चुप रह गया। वाकई वो बेदी कुलभूषण ने, बेदियां दी कुल दे च पैदा होए ने। असी मुसलमान, जैसे कबीर दी मां कहती सी, हमारे कुल कौने राम कहो। साडी कुल दे च किसने राम आके, असी अल्लाह अल्लाह करन वाले मुसलमान। ये साडे घर पैदा हो गया, कबीर राम कहंदा है। हमारे कुल कौने राम कहो, जबकि माला लई निपूते तब ते सुख ना भयो। जिस दिन दी इसने हाथ दे च माला पकड़ी है, साडे घर सुख है ही कोई नहीं, निरा ही दुख। कबीर दी मां, एक कबीर दी मां भी कबीर नूं बारों बारों ही जानदी है। यकीन जानो कबीर दा अनुभव मां कोल भी कोई नहीं। ये भी मैं अर्ज करते हैं, कबीर दी सूझबूझ, कबीर दी अवस्था, ये मां कोल भी नहीं है, वरना इतना वो ना कहती। और इस तो भी ज्यादा आख्या है, सात सूत इन मुंडिया खोए, ये मुंडिया क्यों ना मोया। घर दे च पैसे नहीं संते, जो सूत कतिया सी ना कबीर दी मां ने ते लोई ने पत्नी ने, उस सूत वेच के ते लंगर चला दिता। घर दे साधु बहुत आए, शिवरात्रि का दिन सी, 25-30 साधु आ गए इकट्ठे। रोज तो एक दो आंदे सन, अज 25-30 इकट्ठे आ गए। तो 7 रंग का सूत्र वेच के ते लंगर बना के उन्होंने छका दिता। मां कहती है जमदियां ही मर जाता चंगा सी, बहुत दुखियां सी इस तो। ये मुंडिया क्यों ना मोया, ये तो मर जाता, असी इस तो औखे, इन्हें तो कलेश पाया होया है। ये मां है जो कबीर तो इतना दुख अपना व्यक्त कर रही है, इतनी जो है बेजारी व्यक्त कर रही है। मरदाना कहंदा अपनी घरवाली ने, तू की आख्या? मैं की आखना सी, ठीक मार दिया ने ताना। नहीं, तू कहना सी मैं जिस दे पिछे रबाब चुकी फिरदा, वो हिंदू मुस्लिम नहीं है, वो सिर्फ अल्लाह ते राम दा रूप है, वो ईश्वर है, वो गुरु है। कोई हिंदू मुस्लिम नहीं, किसी फिरके दे च बंद नहीं आता, वो किसी दायरे की गिरफ्त दे च नहीं आता। घरवाली यकीन नहीं करती, कहती अगर ऐसा है साडे घर ते कदी आया नहीं, ते ना कदी भोजन छकिया सी मुसलमान शूदर, वो बेदी कुलभूषण। अगर इहो जिहां दी गल है, सारे उसकी निगाह च इको ही ने, तो किसी दिन साडे घर भी आ। मरदाना कहंदा फिर अज इंज ही सही, तू बना लंगर, भोजन बना, जो कुछ है घर दे च बना, मैं बाबे नूं बुला के लियाना। घरवाली कहंदी मैं बनाना ते है, बना देंदियां, वो नहीं आएगा, वो बेदियां दा मुंडा, वो बेदी कुलभूषण, बड़ी उच्ची कुल है, साडे घर नहीं आन लगा। तो फिर मेरे हद का भोजन, मैं मुसलमान ही, असी मुसलमान।
पता है मरदाना की कहता, जे ना आए तो फिर यारी टुटी। मरदाने ने भी कह दिता, जे ना आए तो यारी टुटी, पर तू यकीन रख साड़ी यारी नहीं टुटेगी। चले पर यह सोचनी भी है किधरे अपनी घरवाली दे कोलों शर्मसार मैनू ना होना पै, बाबा जवाब ना दे दे। ये सोच के जा रहा। मैं जिस दिन जन्म साखी पढ़ रहा सी, इसनों हुण पंजाबी भाषा विभाग जो पंजाब गौरमेंट का महकमा है उन्होंने छापे नवी जन्म साखी हरदास की लिखी, बड़ी सोहनी इस दे गाथा। मरदाना जा रहा मन विच ये सोच के अपनी घरवाली दे कोलों किधरे मैनू शर्मसार ना होना पै। जा ही रहा है, अजे 200 कदम ही चले आना है, बाबा जी रस्ते च मिले, सलाम की, सजदा किया। सुभाविक पूछ लिया, बाबा जी कित्थे चले? तो सतगुरु कहंदे ने, मरदाने अज सवेरे दा जी कर रहा सी दोपहर दा लंगर तेरे कोल छक लेंदे आ, भोजन तेरे कोल छक लईए, चल। रो पिया, चीख निकल गई मरदाने दी। बाबा एक निक्का जिहा किणका शक दा आ गया सी। गुरु ते ओ है और वास्तविक गुरु वो है जो हिरदे दे शक नूं मिटा देवे, जिसदा नाम, जिसदा ज्ञान, जिसदी होंद अंदर दे सारे शक धो देवे। आ गया सी शक, बाबा दूर हो गया। वाकई तू साझा है, जिस तरह सूरज साझा होंदा है, इस तरह ही अवतारी पुरुष ते संत सांझे होंदे ने। और जो सांझा ने उसनों संत कहने की लोड़ भी नहीं, अवतार कहने की लोड़ नहीं। वो सूरज नहीं होवेगा, किसी घर का जलदा होया टिमटिमांदा होया कोई दीवा ही हो सकता है, और कुछ नहीं, वक्त नाल बुझ जाएगा। ये भी महर्ष करते हैं, वो सूरज नहीं होवेगा। खैर, इस भूमिका नूं मैं बहुत लमकावा ना ते बतावा ना। परमात्मा का नाम जिन्हां दे मन का हिस्सा बन गया, इसनूं कहंदे ने मनन। जो जो मैं मनिया है वही मेरा मन है। ये भी मेरी सरवण करनी कौर नाल, जो मैं मनिया है वही मेरा मन है। अगर मैं लक्ष्य नूं साधन की तरह मनिया तो साधन नूं लक्ष्य की तरह, जैसे मैं इत्थों किसी शहर पहुंचना है, कार, बस, रेल, हवाई जहाज साधन हो सकती है, पर मैं साधन नूं लक्ष्य की तरह वरत लवां। कार विच बैठा तो हुण मैं उतरना ही क्यों है, बस कार विच बैठना ही मेरा लक्ष्य, तो मैं साधन नूं भुल जावां, लक्ष्य नूं भुल जावां जिथे मैं पहुंचना सी। लोकी परमात्मा नूं, धर्म नूं, गुरुआं नूं साधन की तरह वरतदे ने, लक्ष्य की तरह नहीं। मनोरथ है परमात्मा, मनोरथ है ईश्वर, मनोरथ है गुरु। परिवार का मिल जाना, धन का मिल जाना, संपदा का मिल जाना, ये तो रस्ते के पड़ाव ने, साधन ने। पर हुण परिवार ही जीवदा रहे और सदैवी रहे और धन ही वधदा रहे, हमेशा वधदा रहे, ऐ गुरु असीस वास्ते तेरे को आए, और कोई मतलब नहीं है। ये प्रभु तेरा नाम इस वास्ते जपदे पाया। तो हुण परमात्मा साधन बन गया, परिवार लक्ष्य बन गया, धर्म साधन बन गया, धन लक्ष्य बन गया। धर्म छोटा हो गया, संसार वड्डा हो गया। ये लोग संसार नूं मन के निरंकार की इबादत पे करते हैं, निरंकार नूं मन के निरंकार की इबादत नहीं कर रहे। ये दुनिया साधन की तरह गुरु नूं वरत रही है, और जब साधन की तरह वरत रही है तो साधन नाल मोह भी हो जाएगा। अगर मोह हो गया तो परमात्मा नूं भुल गए, तो मैं इस करा किधरे किधरे धर्म ये भी माया बन जाएगा। जैसे गुरु अर्जन देव जी महाराज बड़ा सोहना कहते हैं, माया चित भरमेण इष्ट मित्र एक बांधवे,
ਕਿਧਰੇ ਪਰਿਵਾਰ ਰੋਕਦਾ ਹੈ, ਕਿਧਰੇ ਬੰਧੂ ਰੋਕਦੇ ਨੇ, ਕਿਧਰੇ ਧਨ ਸੰਪਦਾ ਰੋਕਦੀ ਹੈ, ਕਿਧਰੇ ਇਸ਼ਟ ਵੀ ਰੋਕ ਦੇਵੇ। ਇਸ਼ਟ ਨਾਲ ਇਤਨਾ ਮੋਹ ਹੋ ਜਾਏ ਵੀ ਮੇਰਾ ਹੀ ਇਸ਼ਟ ਵੱਡਾ ਹੈ, ਬਾਕੀ ਸਾਰੇ ਐਵੇਂ ਹੀ ਨੇ, ਜਿਹਨੂੰ ਮੈਂ ਮੰਨਦਾ ਬਸ ਇਹੀ ਮਹਾਨ ਹੈ, ਬਾਕੀ ਸਾਰੇ ਐਵੇਂ ਹੀ ਨੇ। ਔਰ ਮੈਂ ਉਸ ਨਾਲ ਇਤਨਾ ਜੁੜ ਗਿਆ, ਹੁਣ ਇਸ ਤੋਂ ਅੱਗੇ ਪਰਮਾਤਮਾ ਦੀ ਮੈਂ ਸੋਚਦਾ ਹੀ ਨਹੀਂ। तो गुरु अर्जन देव जी कहते हैं इष्ट भी माया हो गया, इष्ट भी माया है। कुछ जगत दे इस ढंग दे काफी अनुभव देखने को मिलते हैं। इष्ट नूं साधन की तरह लैके परमात्मा नूं लक्ष्य रखे और इष्ट नूं भी छोड़ गए, अगे लंघ गए, कर्मकांड नूं भी छोड़ गए, अगे लंघ गए, परमात्मा का रूप हो गए। किधरे पकड़ के ना बैठ जान तो ऐलानिया तौर पर गुरु गोबिंद सिंह जी ने कह दिता, जो हमको परमेश्वर उचरे ते सब नरक कुंड में परे। बड़ी हिम्मत। रूहे जमीन ते पहला अवतारी पुरुष है जिसने इतना ऐलानिया कह दिता है। क्यों? मनुख की कमजोरी देखी सी, इष्ट ही भगवान बन गए, इष्ट ही परमात्मा हो गए और परमात्मा नूं भुल गए। तो फिर इन्हां लोकां ने इष्ट नूं भी माया बना दिता। जिवें कोई परिवार करके रुक गया, कोई धन करके रुक गया, कोई पदार्थां करके रुक गया, कोई इष्ट करके रुक गया। तो फिर इष्ट भी माया बन गया। माया चित भरमेन इष्ट मित्र एक बांधवे। सूफी फकीर शेख शरफ ने गुरु नानक नूं पुछिया सी, तुसीं कौन हो? थोड़ी होंद, थोड़े विचार, थोड़ा साडे कोले बैठना साडे मन ते बड़ा सोहना प्रभाव पा रहा है। थोड़े कोल बैठना सानू इंज महसूस हो रहा है जिवें अल्लाह कोल बैठे, अल्लाह की याद चलती पई है। थानू देख के बहुत सोहने विचार हिरदे चलते पे ने। तुसी कौन हो? महाराज ने जो कुछ इत्थे जवाब दिता है बस मैं बाणी थानू सरवण करा दें, अर्थ तुसी खुद करना। मानस मूरत नानक नाम। कौन हो तुसी? मानस मूरत नानक नाम। चलो एक पंक्ति दे अर्थ कर दें। मनुख हाँ और इस मनुख दा नाम नानक है। बंदा, बंदे दा नाम नानक है। मानस मूरत नानक नाम करने कुत्ता दर फुरमान। शेख शरफ पैरी पै गया, सजदा करदा है, कुर्बान जांदा है। बाबा ऐ वली अल्लाह, थानू वेख के थोड़े कोल बैठ के सानू अल्लाह चेते आया है, रब चेते आया। तुसी कुछ भी पै आखो, सानू अल्लाह चेते आया। तो खैर मुख्तसर में अर्ज करा, अवतार पीर पैगंबर संत महंत इन्हों भी परमात्मा के रस्ते च उपयोग की तरह ले सकते हैं, पर उत्थे ही रुक गए, उत्थे ही रुक गए। तो यह भी माया बन गए। ये भी मैं अर्ज करते हैं क्योंकि महाराज की बाणी कहती है, अवतार ना पावे अंत परमेश्वर पार ब्रह्म बेअंत। वो बेअंत है, बेअंत है, सदैवी है। साहिब कहते हैं इस तरह का अनुभव परमात्मा का जिसनों प्राप्त होया है वही जानता है, पर वो जना नहीं सकता, कह नहीं सकता, कुछ भी नहीं कह सकता, कोई प्रत्यक्ष प्रमाण भी नहीं दे सकता कि ऐसा होता है परमात्मा और ये है मेरी अवस्था। अगर वाकई वो कोई प्रत्यक्ष प्रमाण दे देंदा तो अज तक जितने संत सूली ते चाड़े गए, तत्ती तवी ते बिठाए गए, बंद बंद कटे गए, कतल किए गए, जहर का प्याला दे के मारे गए, ये ना होंदा। कोई प्रत्यक्ष प्रमाण नहीं। इते ऐसा नाम निरंजन होए जे को मन जाने मन कोय। जिन्हें जाने है सो जाने, उसका निजी अनुभव है, जना नहीं सकता। कोई प्रत्यक्ष प्रमाण वो नहीं दे सकता। और ऐसा पुरुष ईश्वर का रूप हो गया होंदा है। ईश्वर का स्वभाव उसके अंदर है। ईश्वर आनंद है तो आनंद उसके अंदर है।
ईश्वर जन्म मरण तो रहत तो जीवन की लालसा ते मरण का भय उसके अंदर नहीं है। नानक बद्धा घर तहां जिथे मिरत न जन्म जरा। परमात्मा महारस है तो महारस उसके अंदर है। तो खैर लमकावा ना, साहिब कहते हैं जिसने भी मन लिया मन ने सुरत होवे मन बुद्ध। इथे सुरत तो मुराद है समझ। उसके मन नूं समझ आ जाएगी, भाव उसके अंदर विचार चलणगे परमात्मामई। उसकी बुद्ध जो फैसला करेगी, निर्णय करेगी, सही करेगी, कतई गलत नहीं करेगी। उसका फैसला किसी को काबिले कबूल है या नहीं, यह गल नहीं, पर उसका फैसला गलत नहीं होगा, क्योंकि उसने परमात्मा नूं मनिया है ते परमात्मा उसके मन का हिस्सा है। इस वास्ते उन समझ होवेगी। मन ने सुरत होवे मन बुद्ध। मन नूं समझ होवेगी, बुद्ध नूं समझ होवेगी, भाव अंदर विचार ईश्वरमई चलणगे, उहदा फैसला बिल्कुल सही होवेगा, गलत नहीं होवेगा। हाँ जी। मन सुरत होवे मन बुद्ध, मन सगल भवन की सुध। इस तरह के पुरुष नूं सारे खंडां ब्रह्मंडां दी समझ होवेगी। कारण शरीर सब दे अलग अलग ने, मन भी सब दे अलग अलग ने, पर जो आत्मा दे तल ते जी रहा है, परमात्मा दे तल ते जी रहा है, जिसका मन जोत स्वरूप हो गया है, वो तो व्यापक हो गया, एक हो गया, तो उसनों सब कुछ दी समझ है। इस तरह के पुरुष नूं अंतर्यामी कह देंदे ने। ऐसे पुरुषों ने प्राचीन जमाने जड़ी बूटियां के सुभाव लिखे ने। वैद धनंतर ने 3000 जड़ी बूटियां का सुभाव लिखे है। मैं समझदा इस छोटी जी जिंदगी 3000 जड़ी बूटियां का सुभाव, ये गर्म तरने, सर्द तरने, खुश्क ने, की ने, किहड़े किहड़े रोगां दे काम आ सकदियां ने, ये तां ही मैं समझदा लिखिया जा सकदा। कोई आत्मा दे तल ते जी रिहा सी ते आत्मा ते सारियां दी कोई है, तो उन्होंने सुभाव सारियां दा पता चल गया। इस तरह का मनुख यह भी समझ सकता है कि कीड़ी अंदर की सोच रही है, ये मछली के अंदर की चल रहा है। जो बोलत है मृगमीन पंखेरू, सो बिन हर जापत है नहीं होर गुरु नानक। हैरानगी की गल, इसका मतलब मच्छी भी कुछ बोलती है, हिरन भी बोलते हैं, पंछी तो बोलते हैं, आवाज़ां असीं सुनते हैं। हर एक कोल कुछ ना कुछ अपनी बोल, अपने इशारे हैं, पर वह मनुख समझण लग पैंदा है जो आत्मा के तल ते उत्थे जो है जीवदा है। साहिब कहते हैं इस तरह के पुरुष नूं सारे भवनां दी, सारे खंडां ब्रह्मंडां दी समझ आउंदी। हाँ जी। मन मोह चोटा ना खाए। जो ईश्वर दे नाम नूं मनदा है, भाव ईश्वर जिस दे मन का हिस्सा बन गया है, विकारां दीयां चोटां उसदे मूंह ते नहीं पैंदियां। मनुख क्रोधर होवे, उहदियां अखां ते चेहरा दसदा है। मनुख लोभ दे च ग्रसिया होवे, उहदा अखां ते चेहरा दसदा है, व्यवहार दसदा है। वासना उसके अंदर असीम है, उसदी अखां ते चेहरा दसदा है। इंज विकार दी चोट चेहरे ते पैंदी है। परमात्मा जिस दे मन का हिस्सा बन गए, विकारां दी चोट उसके मुंह ते नहीं पैंदी। उसका मुखड़ा जिन्हां दे संदड़ियां मेरी दुरमत वंजे, मित्र असाडड़े से, उसका ते मुखड़ा ऐसा होएगा वेख के प्रभु चेते आवेगा। मैं इतिहास दे च पढ़िया है, मीरा जिस जिस पिंड चो लंघी और कली तनहा जंगलों विच रही, दुष्ट तो दुष्ट भी जब उसनूं वेखदा सी, उसके अंदर पवित्रता पैदा हो जाती सी, भावें कली स्त्री जंगल दे। उसकी पाकीज़गी, उसकी पवित्रता, उसकी प्रेमा भगती जो उसके शरीर के राही बाहर निकल रही सी, जो वाइब्रेशन, जो तरंगा बनदियां सन, दुष्ट के हिरदे नूं भी प्रभावित कर देंदियां सन। नहीं, ये तो कोई देवी है। और वो जे सिर झुका के नहीं लंघिया तो कम से कम बेदाव होकर लंघ जाता सी, कोई गल नहीं। वरना एक स्त्री का उस जमाने जंगलों के कलियां भरमण करना और रुखां तले रात कटनी, क्योंकि घरों ते कढ़ दी गई सी, पर उसकी पवित्रता इतना प्रभाव पा रही सी, उसकी तर्जे जिंदगी इतना दूजियां नूं जो है प्रभावित कर रही सी, जिसके बारे गुरबाणी कहती है, संत के संग नहीं कछ गाल, दर्शन भेटत होत निहाल। तो मन ने सगल भवन की सुध मन ने मोह चोटा ना खाए,
ਉਹਦੇ ਮੂੰਹ ਦੇ ਉੱਤੇ ਵਿਕਾਰਾਂ ਦੀਆਂ ਚੋਟਾਂ ਨਹੀਂ ਪੈਂਦੀਆਂ, ਕਿਉਂਕਿ ਉਹਦਾ ਮੁਖੜਾ ਪ੍ਰਮਾਤਮਾਮਈ ਹੋ ਜਾਂਦਾ ਹੈ, ਈਸ਼ਵਰਮਈ ਹੋ ਜਾਂਦਾ। ਹਾਂਜੀ, ਮੁੰਨੇ ਜਮ ਕੇ ਸਾਥ ਨ ਜਾਏ। ਇਸ ਤਰ੍ਹਾਂ ਦਾ ਪੁਰਸ਼ ਇਸ ਜੀਵਨ ਦੀ ਸਮਾਪਤੀ ਤੋਂ ਬਾਅਦ ਜਨਮਾਂ ਦੇ ਚੱਕਰ ਵਿੱਚ ਨਹੀਂ ਪੈਂਦਾ, ਮੁੜ ਕੇ ਉਸ ਦਾ ਜਨਮ ਨਹੀਂ ਹੁੰਦਾ। ਜਮਾਂ ਦੀ ਮਾਰ, ਜਨਮਾਂ ਦੀ ਮਾਰ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲਮੇ, ਮੁੜ ਕੇ ਨਹੀਂ ਜਨਮਦਾ, ਉਸ ਦਾ ਕੋਈ ਜਨਮ ਨਹੀਂ ਆਉਂਦਾ। ਹਾਂਜੀ, ਐਸਾ ਨਾਮ ਨਿਰੰਜਨ ਹੋਏ। ਪਰਮਾਤਮਾ ਦਾ ਨਾਮ ਐਸਾ ਨਿਰਲੇਪ ਹੈ, ਧੱਬਿਆਂ ਤੋਂ ਰਹਿਤ ਹੈ। ਹਾਂਜੀ, ਜੇ ਕੋ ਮਨ ਜਾਣੇ ਮਨ ਪਰ ਕੋਏ। ਜਿਹੜਾ ਜਾਣਦਾ ਹੈ ਉਹੀ ਜਾਣਦਾ ਹੈ। ਬਾਕੀਆਂ ਦੋ ਪੌੜੀਆਂ ਨੂੰ ਮੈਂ ਕੱਲ ਖੁਲਾਸਾ ਕਰ ਦਿਆਂਗਾ, ਤੇ ਕੱਲ ਇਸ ਦੌਰ ਦੀ ਇਸ ਸਥਾਨ ਤੇ ਆਪ ਦੀ ਆਖਰੀ ਸੇਵਾ ਹੋਵੇਗੀ, ਤੇ ਇਸ ਤਰੀਕੇ ਨਾਲ ਸ਼ਾਇਦ 15 ਪੌੜੀਆਂ ਹੋ ਜਾਣਗੀਆਂ। ਭਾਵੇਂ ਇੱਕ ਇੱਕ ਪੌੜੀ ਆਪਣੇ ਵਿੱਚ ਬਹੁਤ ਗਹਿਰਾਈ ਰੱਖਦੀ ਹੈ, ਬਹੁਤ ਤੁੱਛ ਬੁੱਧੀ ਅਨੁਸਾਰ ਜਿਤਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝ ਦਿੰਦੇ ਨੇ, ਆਪ ਜੀ ਦੇ ਸਾਹਮਣੇ ਖੁਲਾਸਾ ਕਰ ਰਹੇ ਹਾਂ। ਮੰਨ ਲੈਣ ਤੋਂ ਮੁਰਾਦ ਇਹ ਨਾ ਲੈਣਾ ਮੈਂ ਦੁਹਰਾ ਵੀ ਅਸੀਂ ਗੁਰੂ ਨੂੰ ਮੰਨਦੇ ਹਾਂ ਤਾਂ ਹੀ ਤੇ ਗੁਰਦੁਆਰੇ ਆਇਆ, ਨਹੀਂ, ਇਹ ਮੰਨਣਾ ਨਹੀਂ ਹੈ। ਅਸੀਂ ਗੁਰੂ ਨੂੰ ਮੰਨਦੇ ਹਾਂ ਤਾਂ ਹੀ ਤੇ ਗੁਰਬਾਣੀ ਪੜ੍ਹਦੇ ਪਏ ਹਾਂ, ਅਸੀਂ ਗੁਰੂ ਨੂੰ ਮੰਨਦੇ ਹਾਂ ਤਾਂ ਹੀ ਤੇ ਸੇਵਾ ਕਰਦੇ ਹਾਂ ਲੰਗਰ ਦੀ, ਨਹੀਂ। ਅਜੇ ਗੁਰੂ ਸਾਡਾ ਅਨੁਭਵ ਨਹੀਂ ਬਣਿਆ। ਇਹ ਮੰਨਣਾ ਇੰਜ ਹੈ ਬਈ ਮੈਂ ਮੰਨਦਾ ਇਹ ਭੋਜਨ ਹੈ, ਮੈਂ ਮੰਨਦਾ, ਮੈਂ ਇਹ ਵੀ ਮੰਨਦਾ ਫਲਾਣੇ ਨੇ ਬਣਾਇਆ ਹੈ, ਮੈਂ ਮੰਨਦਾ, ਪਰ ਇਹ ਭੋਜਨ ਮੇਰਾ ਸਰੀਰ ਦਾ ਅੰਗ ਨਹੀਂ ਬਣਿਆ, ਇਹ ਮੇਰਾ ਖੂਨ ਨਹੀਂ ਹੈ, ਇਹ ਮੇਰੀ ਮਿੰਜ ਨਹੀਂ ਹੈ, ਇਹ ਮੇਰਾ ਮਾਸ ਨਹੀਂ ਹੈ, ਇਹ ਮੇਰੀਆਂ ਹੱਡੀਆਂ ਨਹੀਂ ਹੈ। ਆਏ ਹਾਂ ਗੁਰਦੁਆਰੇ, ਠੀਕ ਹੈ, ਭੋਜਨ ਦੀ ਖਿੱਚ, ਪਰ ਜਿਸ ਦਿਨ ਮੰਨ ਲਏਗਾ, ਮਨ ਗੁਰੂ ਮਨ ਦਾ ਹਿੱਸਾ ਬਣ ਜਾਏਗਾ, ਔਰ ਗੁਰੂ ਨੂੰ ਕਹਿਣਾ ਪਏਗਾ ਮੇਰਾ ਆਪਣਾ ਹੀ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਅੱਜ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ ਜਿਵੇਂ ਗੁਰੂ ਬਾਬੇ ਨੇ ਬਖਸ਼ਿਸ਼ ਕੀਤੀ, ਕਿਉਂਕਿ 2 ਪੌੜੀਆਂ ਨੇ ਅੱਗੇ ਮੰਨੇ ਦੀਆਂ, ਮੈਂ ਚਾਹੁੰਦਾ ਇਹ ਦੋਵਾਂ ਦੀ ਵਿਚਾਰ ਕੱਲ ਆਪ ਜੀ ਦੇ ਸਾਹਮਣੇ ਰੱਖ ਦਿਆਂਗੇ। ਪ੍ਰਥਮ ਹੈ ਮੰਨੇ ਮਾਰਗ ਠਾਕ ਨਾ ਪਾਏ, ਤੇ ਫਿਰ ਹੋਰ ਚੌਥੀ ਹੈ ਮੰਨੇ ਪਾਵੇ ਮੋਖ ਦੁਆਰ, ਮੁਕਤੀ, ਸਾਰੇ ਬੰਧਨ ਉਸਦੇ ਟੁੱਟ ਜਾਂਦੇ ਨੇ ਜੀਵਦਿਆਂ ਜੀ। ਇਸ ਅਵਸਥਾ ਨੂੰ ਕੱਲ ਆਪ ਜੀ ਦੇ ਸਾਹਮਣੇ ਰੱਖਾਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।